ਕਿਹੜੇ ਲੋਕਾਂ ਦੀ ਉਹ ਸਾਜ਼ਿਸ਼ ਚੱਲਦੀ ਰਹੀ ਜਿਹੜੇ ਲੋਕ ਕਹਿੰਦੇ ਸੀ ਵੀ ਆਪਾਂ ਗੁਰਦੁਆਰਿਆਂ ਅੰਦਰ ਇਹ ਮਰਿਆਦਾ ਜਿਹੜੀ ਪੰਥ ਦੀ ਬਣਾਈ ਗਈ ਇਹ ਨਹੀਂ ਬਣਨ ਦੇਣੀ, ਉਹ ਕਿਹੜੇ ਲੋਕ ਸਨ? ਉਹ ਅਸਲ ਵਿੱਚ ਉਹ ਲੋਕ ਆ ਜਾਂਦੇ ਨੇ ਜਿਨ੍ਹਾਂ ਨੂੰ ਅਸੀਂ ਡੇਰਾਦਾਰ ਕਹਿ ਸਕਦੇ ਹਾਂ ਜਾਂ ਸੰਤ ਪੁਣੇ ਵਾਲਾ ਅਸੀਂ ਸਾਰਾ ਕੁਝ ਕਹਿ ਸਕਦੇ ਹਾਂ। ਉਹਨਾਂ ਨੇ ਸਿੱਖ ਰਹਿਤ ਮਰਿਆਦਾ ਨੂੰ ਪ੍ਰਵਾਨ ਨਹੀਂ ਕੀਤਾ। ਕਿਉਂ ਪ੍ਰਵਾਨ ਨਹੀਂ ਕੀਤਾ? ਕਿਉਂਕਿ ਸਿੱਖ ਰਹਿਤ ਮਰਿਆਦਾ ਦੇ ਵਿੱਚ ਉਹ ਗੱਲਾਂ ਲਿਖੀਆਂ ਗਈਆਂ ਜਿਹੜੀਆਂ ਉਹਨਾਂ ਨੂੰ ਆਪਣੇ ਰਿਜ਼ਕ ਖੋਹਣ ਦਾ ਡਰ ਰੱਖਦੀਆਂ ਸਨ। ਕਿੰਨਾ ਕੁ ਅਸਥਾਨਾਂ ਨੇ ਇਸ ਮਰਿਆਦਾ ਨੂੰ ਜਿਹੜਾ ਹੈ ਉਹ ਬਰਕਰਾਰ ਰੱਖਿਆ ਤੇ ਕਿੰਨਾ ਕੁ ਅਸਥਾਨਾਂ ਨੇ ਇਹਨੂੰ ਮਤਲਬ ਪਾਸੇ ਕਰ ਦਿੱਤਾ? ਇਹ ਇੱਕ ਆਟੇ ਦੇ ਵਿੱਚ ਲੂਣ ਵਾਲੀ ਗੱਲ ਹੋ ਜਾਂਦੀ ਆ। ਇਹ ਜਿਹੜੇ ਲੋਕ ਨੇ ਜਿਹੜੇ ਸਾਰੀ ਸਿੱਖ ਰਹਿਤ ਮਰਿਆਦਾ ਨੂੰ ਅੱਜ ਕਹਿੰਦੇ ਨੇ ਵੀ ਕਈ ਕਹਿੰਦੇ ਨੇ ਵੀ ਇਹ ਜਿਹੜਾ ਯਾਰ ਪੁਰਾਣਾ ਖਰੜਾ ਹੈ, ਇਹ ਮੁਕੰਮਲ ਮਰਿਆਦਾ ਨਹੀਂ ਹੈ, ਕਿ ਉਹ ਲੋਕ ਅੱਜ ਸਿੱਖ ਅਕਾਲ ਤਖਤ ਸਾਹਿਬ ਨੂੰ ਚੈਲੰਜ ਨਹੀਂ ਕਰ ਰਹੇ? ਜਦੋਂ ਸਿੱਖ ਰਹਿਤ ਮਰਿਆਦਾ ਤੋਂ ਮੁਨਕਰ ਹੋ ਜਾਂਦੇ ਨੇ ਤਾਂ ਉਹਨਾਂ ਦਾ ਸਿੱਧਾ ਤਰੀਕਾ ਇੱਕ ਅਕਾਲ ਤਖਤ ਨੂੰ ਚੈਲੰਜ ਕਰਨ ਵਾਲਾ ਹੋ ਜਾਂਦਾ ਹੈ। ਹਰ ਇੱਕ ਗੁਰਦੁਆਰੇ ਦਾ ਪ੍ਰਬੰਧਕ ਇਹ ਚਾਹੁੰਦਾ ਹੈ ਸ਼ਾਇਦ ਵੀ ਪ੍ਰਬੰਧ ਮੇਰੇ ਕੋਲ ਹੋਵੇ। ਪ੍ਰਬੰਧ ਅਮੀਰ ਬਣਾਏ ਜਾਂਦੇ ਨੇ, ਅਮੀਰ ਹੋਣ ਦੇ ਨਾਤੇ ਉਹ ਸ਼ਾਇਦ ਮਰਿਆਦਾ ਤੋਂ ਕੋਹਾਂ ਦੂਰ ਹੁੰਦੇ ਨੇ। ਅਸੀਂ ਅਮੀਰ ਬੰਦਾ ਹੀ ਕਿਉਂ ਪ੍ਰਧਾਨ ਚੁਣਦੇ ਹਾਂ, ਆਗੂ ਚੁਣਦੇ ਹਾਂ, ਜਾਣਵਾਨ ਕਿਉਂ ਨਹੀਂ? ਯੂਕੇ, ਯੂਰਪ ਅਤੇ ਦੇਸ਼ ਵਿਦੇਸ਼ ਦੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੈ ਕੇ ਹਾਜ਼ਰ ਹੋਏ ਹਾਂ ਤੁਹਾਡਾ ਮਨਪਸੰਦੀ ਸ਼ੋਅ ਕੌਮੀ ਮੁੱਦੇ, ਜਿਹਦੇ ਵਿੱਚ ਅਸੀਂ ਆਪ ਦੀ ਮੁਲਾਕਾਤ ਵੱਖ-ਵੱਖ ਵਿਦਵਾਨਾਂ ਨਾਲ ਕਰਾਉਂਦੇ ਹਾਂ ਸਾਡੀ ਕੌਮ ਦੇ ਭਖ ਰਹੇ ਮਸਲਿਆਂ ਉੱਤੇ, ਜੋ ਸਾਡੀ ਕੌਮ ਦਾ ਅੱਜ ਦੁਖਾਂਤ ਬਣਦੇ ਜਾ ਰਹੇ ਨੇ, ਜਿਹਦਾ ਅਸੀਂ ਅੱਜ ਇੱਕ ਪੱਖ ਪਾਸੇ ਕਰ ਦਿੱਤਾ ਹੈ। ਸੋ ਉਹਨਾਂ ਹੀ ਪੱਖ ਦੇ ਹੋਏ ਮਸਲਿਆਂ ਤੇ ਚੱਲ ਰਹੇ ਹਾਲਾਤਾਂ ਦੇ ਉੱਤੇ, ਵਾਪਰ ਰਹੇ ਸਮਿਆਂ ਦੇ ਨਾਲ ਜੋ ਕੁਛ ਸਾਡੇ ਨਾਲ ਸਾਡੇ ਨਾਲ ਵਾਪਰ ਰਿਹਾ ਹੈ, ਉਹਨਾਂ ਗੱਲਾਂ ਦੇ ਹੱਲ ਕੱਢਣ ਵਾਸਤੇ ਮੁਸ਼ਕਲਾਂ ਬਹੁਤ ਆਉਂਦੀਆਂ ਨੇ ਸਾਡੀ ਕੌਮ ਦੇ ਵਿੱਚ, ਅੱਜ ਵੀ ਆ ਰਹੀਆਂ ਨੇ, ਪਰ ਇਹਨਾਂ ਦੇ ਹੱਲ ਨਿਕਲ ਸਕਦੇ ਨੇ ਵਿਚਾਰ ਕਰਕੇ। ਤੇ ਵਿਚਾਰ ਕਰਦੇ ਹਾਂ ਉਹਨਾਂ ਵਿਦਵਾਨਾਂ ਦੇ ਨਾਲ ਜਿਹੜੇ ਸਾਡੀ ਕੌਮ ਦਾ ਦਰਦ ਰੱਖਦੇ ਨੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਆਪਣਾ ਫਰਜ਼ ਸਮਝਦੇ ਹੋਏ ਥਾਂ ਕੋ ਥਾਂ ਜਾ ਕੇ ਪ੍ਰਚਾਰ ਵੀ ਕਰਦੇ ਨੇ। ਸੋ ਇਸ ਵਾਰ ਸਾਡੇ ਨਾਲ ਕੌਮ ਦੇ ਮਹਾਨ ਵਿਦਵਾਨ ਜੁੜੇ ਹੋਏ ਨੇ। ਸੋ ਸਾਡਾ ਅੱਜ ਦਾ ਟੌਪਿਕ ਹੋਏਗਾ ਗੁਰਦੁਆਰਿਆਂ ਵਿੱਚ ਸਿੱਖ ਰਹਿਤ ਮਰਿਆਦਾ ਲਾਗੂ ਕਿਉਂ ਨਹੀਂ। ਬਹੁਤ ਸਾਰੇ ਗੁਰਦੁਆਰੇ 'ਚ ਮਰਿਆਦਾ ਲਾਗੂ ਹੈ, ਪਰ ਕਿਉਂ ਵਿੱਚ ਨਹੀਂ ਹੈ ਤੇ ਕਿਉਂ ਨਹੀਂ ਹੈ, ਇਹਨਾਂ ਸਾਰੇ ਹੀ ਸਵਾਲਾਂ ਦਾ ਜਵਾਬ ਸਾਨੂੰ ਦੇਣਗੇ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਰਾਮਗੜ੍ਹ ਸਰਦਾਰਾ, ਜੋ ਆਪਣੇ ਪ੍ਰਚਾਰਕ ਦੌਰਿਆਂ ਵਿੱਚ ਦੂਰ ਦੁਰਾਡੇ ਜਾ ਕੇ ਸਿੱਖੀ ਦੀ ਗੱਲ ਕਰਕੇ ਆਉਂਦੇ ਨੇ, ਜੋ ਸਿੱਖ ਰਹਿਤ ਮਰਿਆਦਾ ਨੂੰ ਪੂਰੀ ਤਰ੍ਹਾਂ ਸਮਰਪਿਤ ਹੋਏ ਨੇ। ਸੋ ਆਓ ਉਹਨਾਂ ਦੇ ਕੋਲ ਇਹਨਾਂ ਸਵਾਲਾਂ ਦੇ ਜਵਾਬ ਲੈਣੇ ਆ। ਭਾਈ ਸਾਹਿਬ ਜੀ ਆਪ ਦਾ ਸਟੂਡੀਓ ਪਹੁੰਚਣ ਤੇ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਸਿੱਖ ਰਹਿਤ ਮਰਿਆਦਾ ਜੋ ਸਾਡੇ ਕੌਮ ਦਾ ਮੁੱਢਲਾ ਸਿਧਾਂਤ ਹੈ, ਕੀ ਕਾਰਨ ਇਹ ਮੈਨੂੰ ਮੈਂ ਆਰੰਭ ਤੋਂ ਗੱਲ ਕਰਨੀ ਚਾਹੁੰਦਾ ਵੀ ਸਿੱਖ ਰਹਿਤ ਮਰਿਆਦਾ ਕਦੋਂ ਤੇ ਕਿਵੇਂ ਬਣੀ? ਸਿੱਖ ਰਹਿਤ ਮਰਿਆਦਾ ਬਣਨ ਦਾ ਕਾਰਨ ਕਿਵੇਂ ਤੇ ਕਦੋਂ ਬਣੀ? ਜਿਸ ਸਮੇਂ ਸਾਕਾ ਨਨਕਾਣਾ ਹੋਇਆ ਤਕਰੀਬਨ 1921 ਦੇ ਵਿੱਚ, ਉਸ ਤੋਂ ਬਾਅਦ ਜਦੋਂ ਹਾਲਾਤ ਬਣੇ ਸਾਡੇ ਪੰਥ ਦੇ ਕੁਝ ਇੱਦਾਂ ਦੇ ਕਿ ਜਦੋਂ ਸਿੱਖਾਂ ਦੇ ਉੱਤੇ ਜੰਗਾਂ ਯੁੱਧਾਂ ਦਾ ਸਮਾਂ ਆਇਆ, ਉਸ ਤੋਂ ਬਾਅਦ ਜੋ ਗੁਰਦੁਆਰਿਆਂ ਦਾ ਪ੍ਰਬੰਧ ਸੀ, ਉਹ ਗੁਰਦੁਆਰਿਆਂ ਦਾ ਸਾਰਾ ਪ੍ਰਬੰਧ ਤਕਰੀਬਨ ਮਹੰਤਾਂ ਦੇ ਕੋਲ ਚਲਿਆ ਗਿਆ। ਉਹ ਮਹੰਤਾਂ ਦੇ ਕੋਲ ਜਦੋਂ ਪ੍ਰਬੰਧ ਚਲਿਆ ਗਿਆ ਤਾਂ ਉਹਨਾਂ ਨੇ ਆਪਣੀ ਜੋ ਮਨਮਤ ਸੀ ਉਹ ਗੁਰਦੁਆਰਿਆਂ ਦੇ ਵਿੱਚ ਲਿਆ ਕੇ ਐਂਟਰ ਕਰ ਦਿੱਤੀ। ਬਿਲਕੁਲ ਜੀ। ਜਦੋਂ ਉਹ ਮਰਿਆਦਾ ਉਹਨਾਂ ਨੇ ਆਪਣੀ ਲਾਗੂ ਸ਼ੁਰੂ ਕਰ ਦਿੱਤੀ, ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਤੋਂ ਪਰੇ ਹਟ ਕੇ ਉਹਨਾਂ ਨੇ ਜੋ ਉਹਨਾਂ ਨੇ ਲਾਗੂ ਕੀਤਾ, ਉਸ ਤੋਂ ਬਾਅਦ ਗੁਰੂ ਘਰਾਂ ਦਾ ਜੋ ਵਿਗਾੜ ਹੋਇਆ, ਗੁਰੂ ਘਰਾਂ ਦੇ ਵਿੱਚ ਜੋ ਮਨਮਤਾਂ ਚੱਲੀਆਂ, ਉਹਨਾਂ ਸਾਰਿਆਂ ਦੇ ਸੁਧਾਰ ਦੇ ਲਈ ਸਾਡੇ ਸਿੱਖ ਕੌਮ ਦੇ ਵਿਦਵਾਨਾਂ ਨੇ, ਸਿੱਖ ਕੌਮ ਦੇ ਜੋ ਸੁਚੱਜੇ ਵਿਦਵਾਨ ਹੋਏ ਸਨ, ਉਹਨਾਂ ਸਾਰਿਆਂ ਨੇ ਇਕੱਤਰ ਹੋ ਕੇ ਸੋਚਿਆ ਕਿ ਅਸੀਂ ਸਿੱਖ ਕੌਮ ਦੇ ਲਈ ਇੱਕ ਮਰਿਆਦਾ ਲਾਗੂ ਕਰੀਏ ਜਿਹਦੇ ਤੇ ਤਕਰੀਬਨ ਸਾਰੀ ਸਿੱਖ ਕੌਮ ਚੱਲ ਸਕੇ। ਜਿਵੇਂ ਹਰ ਇੱਕ ਦੇਸ਼ ਦਾ ਕੋਈ ਨਾ ਕੋਈ ਕਾਨੂੰਨ ਹੁੰਦਾ ਹੈ, ਜਿਵੇਂ ਆਪਣਾ ਇੰਡੀਆ ਦਾ ਕਾਨੂੰਨ ਹੈ ਕਿ ਖੱਬੇ ਹੱਥ ਚੱਲਣਾ ਹੈ, ਜਿਸ ਤਰ੍ਹਾਂ ਖੱਬੇ ਹੱਥ ਚੱਲਣਾ ਸਾਡੀ ਇੰਡੀਆ ਦਾ ਕਾਨੂੰਨ ਹੈ, ਐਵੇਂ ਹੀ ਜੇਕਰ ਅਸੀਂ ਖੱਬੇ ਹੱਥ ਵਾਲਾ ਰੂਲ ਨਹੀਂ ਫੋਲੋ ਕਰਾਂਗੇ ਤਾਂ ਹੋ ਸਕਦਾ ਸਾਡਾ ਐਕਸੀਡੈਂਟ ਵੀ ਹੋ ਜਾਵੇ। ਬਿਲਕੁਲ ਬਿਲਕੁਲ। ਇਸ ਕਰਕੇ ਅਸੀਂ ਸਿੱਖ ਰਹਿਤ ਮਰਿਆਦਾ ਤਾਂ ਬਣੀ ਕਿ ਹਰ ਇੱਕ ਸਿੱਖ ਇੱਕ ਓਂਕਾਰ ਦੀ ਛਾਇਆ ਛਤਰ ਹੇਠ ਹੋ ਕੇ ਆਪਣੇ ਗੁਰੂ ਘਰਾਂ ਦੀ ਵਧੀਆ ਸੇਵਾ ਤੇ ਸੰਭਾਲ ਕਰ ਸਕੇ। ਅਤੇ ਤਕਰੀਬਨ 1932 ਵਿੱਚ ਸ਼੍ਰੋਮਣੀ ਕਮੇਟੀ ਦਾ ਇਹਦਾ ਖਰੜਾ ਤਿਆਰ ਹੋਇਆ। 1932 ਦੇ ਵਿੱਚ
ਅਤੇ 1937 ਦੇ ਵਿੱਚ ਸਾਰੇ ਪੰਥ ਨੇ ਪ੍ਰਵਾਨ ਕਰਕੇ ਇਹਨੂੰ ਲਾਗੂ ਕੀਤਾ ਗਿਆ। ਉਸ ਤੋਂ ਬਾਅਦ ਜਦੋਂ ਇਹ ਸਾਰੀ ਸਿੱਖ ਰਹਿਤ ਮਰਿਆਦਾ ਜਿਹੜੀ ਹੈ ਇਹ ਲਾਗੂ ਹੁੰਦੀ ਹੈ, ਸਭ ਚੱਲਦੀ ਹੈ, ਕਿੰਨਾ ਕੁ ਅਸਥਾਨਾਂ ਨੇ ਇਸ ਮਰਿਆਦਾ ਨੂੰ ਜਿਹੜਾ ਹੈ ਉਹ ਬਰਕਰਾਰ ਰੱਖਿਆ ਤੇ ਕਿੰਨਾ ਕੁ ਅਸਥਾਨਾਂ ਨੇ ਇਹਨੂੰ ਮਤਲਬ ਪਾਸੇ ਕਰ ਦਿੱਤਾ? ਜੇ ਅਸੀਂ ਸਿੱਖ ਰਹਿਤ ਮਰਿਆਦਾ ਦੀ ਗੱਲ ਕਰੀਏ ਵੀ ਇਹਨਾਂ ਨੂੰ ਕਿੰਨੇ ਕੁ ਗੁਰੂ ਘਰਾਂ ਦੇ ਵਿੱਚ ਲਾਗੂ ਹੋਏ ਆ, ਮਤਲਬ ਇਹ ਇੱਕ ਆਟੇ ਦੇ ਵਿੱਚ ਲੂਣ ਵਾਲੀ ਗੱਲ ਹੋ ਜਾਂਦੀ ਆ। ਤਕਰੀਬਨ 10-20% ਅਸੀਂ ਕਹਿ ਸਕਦੇ ਹਾਂ ਜੋ ਕਿ ਗੁਰੂ ਘਰਾਂ ਦੇ ਵਿੱਚ ਇਹ ਸਿੱਖ ਰਹਿਤ ਮਰਿਆਦਾ ਲਾਗੂ ਹੋਈ। ਇਹਦਾ ਕਾਰਨ ਕੀ ਸੀਗਾ? ਸਿੱਖ ਰਹਿਤ ਮਰਿਆਦਾ ਇੰਨੀ ਕਿਉਂ ਲਾਗੂ ਹੋਈ? ਕਿਉਂਕਿ ਗੁਰੂ ਅਸਥਾਨਾਂ ਦੇ ਉੱਤੇ ਇੱਕ ਮਨਮਤ ਜੋ ਸਾਡੇ ਦਿਲਾਂ ਦੇ ਵਿੱਚ ਘਰ ਕਰ ਗਈ, ਉਹ ਦਿਲਾਂ ਦੇ ਵਿੱਚ ਘਰ ਕਾਰਨ ਕਰਕੇ ਸਾਡੀ ਸਿੱਖ ਰਹਿਤ ਮਰਿਆਦਾ ਤਕਰੀਬਨ 10-20% ਹੀ ਗੁਰੂ ਘਰਾਂ ਦੇ ਵਿੱਚ ਲਾਗੂ ਹੋ ਪਈ। ਗੁਰਦੁਆਰਿਆਂ ਵਿੱਚ ਮਰਿਆਦਾ 10% ਹੀ ਲਾਗੂ ਹੋਈ ਹੈ। ਕਿੰਨਾ ਲੋਕਾਂ ਨੇ ਇਸ ਚੀਜ਼ ਦਾ ਜ਼ਿਆਦਾ ਯੋਗਦਾਨ ਰੱਖਿਆ ਵੀ ਮਰਿਆਦਾ ਹਰ ਸਿੱਖ ਦੇ ਘਰ ਹਰ ਅਸਥਾਨ ਤੇ ਹੋਣੀ ਚਾਹੀਦੀ ਹੈ, ਪਰ ਉਹ ਵੀ ਲੋਕ ਹੋਣਗੇ ਜਿਨ੍ਹਾਂ ਲੋਕਾਂ ਨੇ ਇਸ ਚੀਜ਼ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੋਵੇਗੀ। ਐਸੇ ਵੀ ਲੋਕ ਹੋਣਗੇ, ਕਿਹੜੇ ਲੋਕਾਂ ਦੀ ਉਹ ਸਾਜ਼ਿਸ਼ ਚੱਲਦੀ ਰਹੀ, ਜਿਹੜੇ ਲੋਕ ਕਹਿੰਦੇ ਸੀ ਵੀ ਆਪਾਂ ਗੁਰਦੁਆਰਿਆਂ ਅੰਦਰ ਇਹ ਮਰਿਆਦਾ ਜਿਹੜੀ ਪੰਥ ਦੀ ਬਣਾਈ ਗਈ ਇਹ ਨਹੀਂ ਵੜਨ ਦੇਣੀ। ਉਹ ਕਿਹੜੇ ਲੋਕ ਸਨ ਐਸੇ? ਉਹ ਅਸਲ ਵਿੱਚ ਉਹ ਲੋਕ ਆ ਜਾਂਦੇ ਨੇ ਜਿਨ੍ਹਾਂ ਨੂੰ ਅਸੀਂ ਡੇਰਾਦਾਰ ਕਹਿ ਸਕਦੇ ਹਾਂ ਜਾਂ ਸੰਤ ਪੁਣੇ ਵਾਲਾ ਅਸੀਂ ਸਾਰਾ ਕੁਝ ਕਹਿ ਸਕਦੇ ਹਾਂ। ਉਹਨਾਂ ਨੇ ਸਿੱਖ ਰਹਿਤ ਮਰਿਆਦਾ ਨੂੰ ਪ੍ਰਵਾਨ ਨਹੀਂ ਕੀਤਾ। ਕਿਉਂ ਪ੍ਰਵਾਨ ਨਹੀਂ ਕੀਤਾ? ਕਿਉਂਕਿ ਸਿੱਖ ਰਹਿਤ ਮਰਿਆਦਾ ਦੇ ਵਿੱਚ ਉਹ ਗੱਲਾਂ ਲਿਖੀਆਂ ਗਈਆਂ ਜਿਹੜੀਆਂ ਉਹਨਾਂ ਨੂੰ ਆਪਣੇ ਰਿਜ਼ਕ ਖੋਹਣ ਦਾ ਡਰ ਰੱਖਦੀਆਂ ਸਨ। ਬਿਲਕੁਲ। ਜਿਵੇਂ ਕਿ ਸੰਪਟ ਪਾਠ ਨਹੀਂ ਕਰਨਾ ਜਾਂ ਹੋਰ ਬਰਾਬਰ ਬਾਕਰ ਤੁਲ ਪ੍ਰਕਾਸ਼ ਨਹੀਂ ਕਰਨਾ, ਸਾਰਾ ਕੁਝ ਰਹਿਤ ਮਰਿਆਦਾ ਦੇ ਵਿੱਚ ਲਿਖਿਆ। ਨਾਲ ਜੋਤਾਂ ਨਾਰੀਅਲ ਨਹੀਂ ਰੱਖਣਾ, ਇਦਾਂ ਸਾਰਾ ਕੁਝ ਉਹਨਾਂ ਦੀ ਇਹ ਰੋਜੀ ਰੋਟੀ ਹੈ। ਬਿਲਕੁਲ। ਜਿਨ੍ਹਾਂ ਲੋਕਾਂ ਨੂੰ ਇਹ ਖਤਰਾ ਭਾਸਿਆ ਕਿ ਸਾਡੀ ਰੋਜੀ ਰੋਟੀ ਚਲੀ ਜਾਵੇਗੀ, ਉਹਨਾਂ ਲੋਕਾਂ ਨੇ ਆਪਣੀ ਰੋਜੀ ਰੋਟੀ ਚਲਾਉਣ ਦੇ ਲਈ ਸਿੱਖ ਰਹਿਤ ਮਰਿਆਦਾ ਨੂੰ ਕਬੂਲ ਨਹੀਂ ਕੀਤਾ। ਅਤੇ ਜਦੋਂ ਰਹਿਤ ਮਰਿਆਦਾ ਨੂੰ ਕਬੂਲ ਨਹੀਂ ਕੀਤਾ ਤਾਂ ਉਹਨਾਂ ਨੇ ਆਪਣੀਆਂ ਮਰਿਆਦਾ ਨਵੀਆਂ ਤਿਆਰ ਕਰ ਦਿੱਤੀਆਂ ਕਿ ਸ਼ਾਇਦ ਇਹ ਸੰਪਰਦਾ ਵੱਲੋਂ ਨਵੀਂ ਮਰਿਆਦਾ, ਸੰਪਰਦਾ ਵੱਲੋਂ ਨਵੀਂ ਮਰਿਆਦਾ। ਅਤੇ ਜਿਹੜੇ ਸਿੱਖ ਕੌਮ ਨੇ ਇੱਕੋ ਓਂਕਾਰ ਦੇ ਸਿਧਾਂਤ ਥੱਲੇ ਇਕੱਤਰ ਹੋਣਾ ਸੀ, ਉਹ ਸਿੱਖ ਕੌਮ ਅੱਜ ਅਲੱਗ-ਅਲੱਗ ਮਰਿਆਦਾ ਅਲੱਗ-ਅਲੱਗ ਸੰਸਥਾਵਾਂ ਦੇ ਨਾਲ ਜੁੜ ਕੇ ਆਪਣੇ ਵਿੱਚ ਵਿਗਾੜ ਪਾ ਰਿਹਾ ਹੈ। ਅਤੇ ਆਪਣੇ ਵਿੱਚ ਵਿਗਾੜ ਇੰਨਾ ਪੈ ਚੁੱਕਿਆ ਹੈ ਕਿ ਅੱਜ ਅਸੀਂ ਦੇਖਦੇ ਹਾਂ, ਜੇਕਰ ਕਿਸੇ ਨੂੰ ਪੁੱਛਦੇ ਹਾਂ ਉਹ ਕਹਿੰਦਾ ਮੈਂ ਨਾਨਕਸਰ ਵਾਲੀ ਮਰਿਆਦਾ ਨੂੰ ਮੰਨਦਾ ਹਾਂ, ਜਾਂ ਮੈਂ ਰਾੜੇ ਵਾਲੀ ਮਰਿਆਦਾ ਨੂੰ ਮੰਨਦਾ ਹਾਂ, ਜਾਂ ਮੈਂ ਮਿਸ਼ਨਰੀ ਵਾਲੀ ਮਰਿਆਦਾ ਨੂੰ ਮੰਨਦਾ ਹਾਂ। ਪਰ ਹਾਲਾਂਕਿ ਜਿਹੜੀ ਸੱਚੀ ਮਰਿਆਦਾ ਸੀ ਜੋ ਸਿੱਖ ਪੰਥ ਨੇ ਪ੍ਰਵਾਨ ਕੀਤੀ ਸੀ, ਅੱਜ ਉਹਨੂੰ ਕੋਈ ਮੰਨਣ ਨੂੰ ਤਿਆਰ ਨਹੀਂ। ਤੁਸੀਂ ਗੱਲ ਕੀਤੀ ਹੈ ਕਿ ਹਰ ਬੰਦਾ ਕਹਿੰਦਾ ਮੈਂ ਫਲਾਣੀ ਮਰਿਆਦਾ ਨੂੰ ਮੰਨਦਾ, ਮੈਂ ਫਲਾਣੀ ਮਰਿਆਦਾ ਨੂੰ ਮੰਨਦਾ। ਤੁਸੀਂ ਉਹਨੇ ਗੱਲ ਕੀਤੀ ਵੀ ਕੋਈ ਕਹਿੰਦਾ ਮੈਂ ਮਿਸ਼ਨਰੀ ਮਰਿਆਦਾ ਨੂੰ ਮੰਨਦਾ, ਪਰ ਜਿੱਥੋਂ ਤੱਕ ਮੇਰੀ ਨੌਲੇਜ ਵਿੱਚ ਗੱਲ ਆਉਂਦੀ ਹੈ ਵੀ ਜਿਹੜੀ ਮਿਸ਼ਨਰੀ ਮਰਿਆਦਾ ਉਹ ਕੋਈ ਵੱਖਰੀ ਨਹੀਂ ਹੈਗੀ, ਉਹ ਕੇਵਲ ਸ਼੍ਰੀ ਅਕਾਲ ਤਖਤ ਸਾਹਿਬ ਵਾਲੀ ਮਰਿਆਦਾ ਹੈ। ਪਰ ਇਹ ਜਿਹੜੇ ਲੋਕ ਨੇ ਜਿਹੜੇ ਸਾਰੀ ਸਿੱਖ ਰਹਿਤ ਮਰਿਆਦਾ ਨੂੰ ਅੱਜ ਕਹਿੰਦੇ ਨੇ ਵੀ ਕਈ ਕਹਿੰਦੇ ਨੇ ਵੀ ਇਹ ਜਿਹੜਾ ਯਾਰ ਪੁਰਾਣਾ ਖਰੜਾ ਹੈ, ਇਹ ਮੁਕੰਮਲ ਮਰਿਆਦਾ ਨਹੀਂ ਹੈ, ਕਿ ਉਹ ਲੋਕ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚੈਲੰਜ ਨਹੀਂ ਕਰ ਰਹੇ? ਜੇ ਕਰ ਰਹੇ ਨੇ ਤੇ ਉਹ ਕਿੱਦਾਂ ਕਰ ਰਹੇ ਨੇ? ਜੀ ਬਿਲਕੁਲ, ਆਪ ਜੀ ਦਾ ਸਵਾਲ ਬੜਾ ਸੋਹਣਾ ਹੈ। ਉਹ ਬਿਲਕੁਲ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰ ਰਹੇ ਨੇ। ਉਹਨਾਂ ਦਾ ਚੈਲੰਜ ਕਰਨ ਦਾ ਤਰੀਕਾ ਕਿਹੜਾ ਆ? ਜਦੋਂ ਉਹ ਸਿੱਖ ਰਹਿਤ ਮਰਿਆਦਾ ਤੋਂ ਮੁਨਕਰ ਹੋ ਜਾਂਦੇ ਨੇ ਤਾਂ ਉਹਨਾਂ ਦਾ ਸਿੱਧਾ ਤਰੀਕਾ ਇੱਕ ਅਕਾਲ ਤਖਤ ਨੂੰ ਚੈਲੰਜ ਕਰਨ ਵਾਲਾ ਹੋ ਜਾਂਦਾ ਆ। ਜਦੋਂ ਸਿੱਖ ਰਹਿਤ ਮਰਿਆਦਾ ਦੇ ਵਿੱਚ ਲਿਖੀਆਂ ਹੋਈਆਂ ਗੱਲਾਂ ਨੂੰ ਨਹੀਂ ਅਪਣਾਉਂਦੇ ਤਾਂ ਉਹ ਅਕਾਲ ਤਖਤ ਨੂੰ ਚੈਲੰਜ ਕਰ ਦਿੰਦੇ ਨੇ ਕਿ ਸਾਡੀ ਨਾਲ ਰਹਿਤ ਮਰਿਆਦਾ ਤਿਆਰ ਏ। ਜਦੋਂ ਨਾਲ ਤਿਆਰ ਮਰਿਆਦਾ ਬਾਰੇ ਗੱਲ ਕਰਦੇ ਨੇ ਤਾਂ ਉਹ ਅਕਾਲ ਤਖਤ ਦੇ ਜੋ 1936 ਦੇ ਵਿੱਚ ਪੰਥ ਨੇ ਪ੍ਰਵਾਨ ਕੀਤਾ ਸੀ, ਉਹ ਗੁਰੂ ਪੰਥ ਤੋਂ ਵੀ ਮੁਨਕਰ ਹੋ ਜਾਂਦੇ ਨੇ ਕਿ ਅਸੀਂ ਗੁਰੂ ਪੰਥ ਦੀ ਵੀ ਨਹੀਂ ਮੰਨਦੇ। ਅਤੇ ਉਹਨਾਂ ਦੀ ਇਹ ਵਿਚਾਰ ਰਹਿੰਦੀ ਹੈ ਕਿ ਸ਼ਾਇਦ ਖਰੜਾ ਹੈ। ਖਰੜਾ 1932 ਦੇ ਵਿੱਚ ਸੀ ਅਤੇ ਉਸ ਤੋਂ ਬਾਅਦ ਕੁਝ ਸਮਾਂ ਪਾ ਕੇ 1937 ਦੇ ਵਿੱਚ ਜੋ ਪੰਥ ਨੇ ਪ੍ਰਵਾਨ ਕਰਕੇ, ਸਿੱਖ ਪੰਥ ਨੇ ਸਾਰੇ ਨੇ ਇਹ ਪ੍ਰਵਾਨ ਕਰਕੇ ਲਾਗੂ ਕਰ ਦਿੱਤੀ ਅਤੇ ਰਹਿਤ ਮਰਿਆਦਾ ਖਰੜਾ ਨਹੀਂ, ਸਿੱਖ ਪੰਥ ਪ੍ਰਵਾਨ ਰਹਿਤ ਮਰਿਆਦਾ ਬਣ ਕੇ ਸਾਡੇ ਸਿੱਖਾਂ ਦੇ ਲਈ ਇੱਕ ਰਾਹ ਦੱਸਣ ਦੇ ਲਈ ਇਹ ਸਾਡੇ ਸਾਹਮਣੇ ਆਈ। ਅੱਛਾ, ਇੱਕ ਮੈਨੂੰ ਗੱਲ ਦੱਸੋ, ਜਿਹੜੀ ਸਿੱਖ ਰਹਿਤ ਮਰਿਆਦਾ ਔਰ ਸਿੱਖ ਇਤਿਹਾਸਕ ਅਸਥਾਨ ਜਿਹੜੇ ਗੁਰੂ ਸਾਹਿਬ ਨਾਲ ਸੰਬੰਧਿਤ ਹੈ, ਇਹਨਾਂ ਅਤੇ ਇਸ ਤੋਂ ਇਲਾਵਾ ਜਿਹੜੇ ਲੋਕਲ ਗੁਰਦੁਆਰਾ ਸਾਹਿਬ ਨੇ ਪਿੰਡਾਂ ਸ਼ਹਿਰਾਂ ਦੇ ਵਿੱਚ, ਤੁਹਾਡੇ ਮੁਤਾਬਕ ਜਿਹੜੀ ਸਿੱਖ ਰਹਿਤ ਮਰਿਆਦਾ ਹੈ ਸਾਰੇ ਇਤਿਹਾਸਕ ਅਸਥਾਨਾਂ ਉੱਪਰ ਲਾਗੂ ਹੋ ਚੁੱਕੀ ਹੈ ਕਿ ਇਕੱਲੇ ਲੋਕਲ ਗੁਰਦੁਆਰਿਆਂ ਨੇ ਇਸ ਚੀਜ਼ ਨੂੰ ਫੋਲੋ ਕੀਤਾ ਹੈ? ਤੁਹਾਡੇ ਮੁਤਾਬਕ ਦੋਵਾਂ ਤੋਂ ਵੱਧ ਜਿਹੜਾ ਜਾਂ ਸਿੱਖ ਇਤਿਹਾਸਕ ਸਥਾਨ ਜਾਂ ਲੋਕਲ ਗੁਰਦੁਆਰੇ, ਇਹਨਾਂ ਦੋਨਾਂ ਵਿੱਚੋਂ ਸਭ ਤੋਂ ਵਧੀਆ ਰੋਲ ਅਦਾ ਕਿਹੜੀ ਸੰਸਥਾ ਜਾਂ ਕਿਹੜੀ ਸੁਸਾਇਟੀ ਕਰ ਰਹੀ ਹੈ? ਤਕਰੀਬਨ ਜਿਵੇਂ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ
ਕਿ 10-20% ਹੀ ਮਰਿਆਦਾ ਲਾਗੂ ਹੋਈ ਆ। ਉਹ 10-20% ਦੇ ਵਿੱਚੋਂ ਜੇ ਗੱਲ ਕਰੀਏ, ਜਿੱਥੇ ਪੜ੍ਹੇ ਲਿਖੇ ਗ੍ਰੰਥੀ ਰੱਖੇ ਗਏ, ਜਿੱਥੇ ਪੜ੍ਹੇ ਲਿਖੇ ਕਥਾਵਾਚਕ ਰੱਖੇ ਗਏ, ਬਿਲਕੁਲ ਜੀ, ਉੱਥੇ ਇਹ ਮਰਿਆਦਾ ਲਾਗੂ ਹੋਈ। ਬਿਲਕੁਲ। ਅਤੇ ਜਿੱਥੇ ਜੋ ਸੁਣਨ ਵਾਲੇ ਲੋਕ ਵੀ ਸਨ ਤੇ ਸਮਝਣ ਵਾਲੇ ਲੋਕ ਵੀ ਸਨ, ਬਿਲਕੁਲ ਜੀ, ਜਿਨ੍ਹਾਂ ਜਿਨ੍ਹਾਂ ਨੇ ਇਹ ਨਹੀਂ ਸੋਚਿਆ ਕਿ ਸਾਡੀ ਪਿੱਛੋਂ ਕੀ ਚੱਲਦਾ ਆਉਂਦਾ ਸੀ ਜਾਂ ਸਾਨੂੰ ਪਿੱਛੋਂ ਕੀ ਪੜ੍ਹਾਇਆ ਜਾਂ ਕੀ ਕਰਾਇਆ ਜਾ ਰਿਹਾ ਸੀ, ਬਿਲਕੁਲ ਜੀ, ਉਹਨਾਂ ਗੁਰਦੁਆਰਿਆਂ ਦੇ ਵਿੱਚ ਤਕਰੀਬਨ ਇਹ ਮਰਿਆਦਾ ਲਾਗੂ ਹੋਈ। ਅਤੇ ਹਰ ਇੱਕ ਗੁਰਦੁਆਰੇ ਦਾ ਪ੍ਰਬੰਧਕ ਇਹ ਚਾਹੁੰਦਾ ਹੈ ਸ਼ਾਇਦ ਵੀ ਪ੍ਰਬੰਧ ਮੇਰੇ ਕੋਲ ਹੋਵੇ। ਉਹ ਪ੍ਰਬੰਧਕ ਅਮੀਰ ਹੋਣ ਦੇ ਨਾਤੇ, ਪ੍ਰਬੰਧ ਅਮੀਰ ਬਣਾਏ ਜਾਂਦੇ ਨੇ, ਅਮੀਰ ਹੋਣ ਦੇ ਨਾਤੇ ਉਹ ਸ਼ਾਇਦ ਮਰਿਆਦਾ ਤੋਂ ਕੋਹਾਂ ਦੂਰ ਹੁੰਦੇ ਨੇ। ਬਿਲਕੁਲ ਜੀ, ਬਿਲਕੁਲ ਹੁੰਦੇ ਨੇ। ਉਹ ਮਰਿਆਦਾ ਤੋਂ ਕੋਹਾਂ ਦੂਰ ਹੋਣ ਦੇ ਕਰਕੇ ਉਹ ਮਰਿਆਦਾ ਲਾਗੂ ਨਹੀਂ ਕਰ ਪਾਉਂਦੇ। ਬਿਲਕੁਲ ਗੱਲ ਤੁਹਾਡੀ ਮੈਂ ਸੀ ਕਿ ਮੈਂ ਦਰਸ਼ਕੋ ਇਹ ਵੀ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਵੀ ਅੱਜ ਸਾਡਾ ਨਿਗਾਰ ਇੱਥੇ ਵੀ ਹੈ। ਅਸੀਂ ਪਿੰਡਾਂ ਦੇ ਵਿੱਚ ਪ੍ਰਬੰਧਕ ਕਮੇਟੀਆਂ ਚੁਣਦੇ ਹਾਂ, ਕੋਈ ਗੱਲ ਨਹੀਂ, ਚੁਣਨੀਆਂ ਚਾਹੀਦੀਆਂ ਨੇ, ਪਰ ਅਸੀਂ ਅਮੀਰ ਬੰਦਾ ਹੀ ਕਿਉਂ ਪ੍ਰਧਾਨ ਚੁਣਦੇ ਹਾਂ, ਆਗੂ ਚੁਣਦੇ ਹਾਂ, ਗਿਆਨਵਾਨ ਕਿਉਂ ਨਹੀਂ? ਗੁਰੂ ਦੀ ਬਾਣੀ ਤੋਂ ਜਾਣਕਾਰ ਹੋਵੇ, ਮਰਿਆਦਾ ਤੋਂ ਜਾਣਕਾਰ ਹੋਵੇ, ਐਸਾ ਕਿਉਂ ਨਹੀਂ? ਪਰ ਵੇਖੋ, ਮੈਂ ਇਸ ਗੱਲ ਨਾਲ ਸਹਿਮਤ ਹਾਂ ਵੀ ਪ੍ਰਬੰਧ ਮਾਇਆ ਨਾਲ ਚੱਲਣਾ ਹੈ, ਪਰ ਚਲਾਉਣ ਵਾਲੇ ਨੂੰ ਗੁਰੂ ਸਾਹਿਬ ਦੇ ਅਸਥਾਨ ਦੀ ਪੂਰੀ ਤਰ੍ਹਾਂ ਸਾਂਭ ਸੰਭਾਲ ਵੀ ਕਰਨੀ ਆਉਣੀ ਚਾਹੀਦੀ ਹੈ। ਪਰ ਇਸੇ ਤਰ੍ਹਾਂ ਭਾਈ ਸਾਹਿਬ ਤੁਸੀਂ ਇਹ ਗੱਲ ਦੱਸੋ, ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਸਾਂਭ ਸੰਭਾਲ ਕਰਨ ਵਾਲੇ ਗ੍ਰੰਥੀ ਸਿੰਘ, ਪ੍ਰਚਾਰਕ ਸਿੰਘ, ਰਾਗੀ ਸਿੰਘ ਨੇ, ਇਹ ਖੁਦ ਸਿੱਖ ਰਹਿਤ ਮਰਿਆਦਾ ਨੂੰ ਕਿੰਨਾ ਕੁ ਫੋਲੋ ਕਰਦੇ ਨੇ ਆਪ? ਤਕਰੀਬਨ ਜੇ ਅਸੀਂ ਗ੍ਰੰਥੀ ਸਿੰਘਾਂ ਜਾਂ ਪ੍ਰਚਾਰਕ ਸਿੰਘਾਂ ਦੀ ਗੱਲ ਕਰੀਏ, ਇਹ ਵੀ ਤਕਰੀਬਨ ਇਹਨਾਂ ਨੂੰ ਅਸੀਂ ਤਕਰੀਬਨ 25 ਤੋਂ 30% ਦੇ ਵਿੱਚ ਕਹਿ ਸਕਦੇ ਹਾਂ ਜਿਹੜੇ ਫੋਲੋ ਕਰਦੇ ਨੇ। ਕਾਰਨ ਕਿ ਗੁਰੂ ਘਰਾਂ ਦੇ ਵਿੱਚ ਗ੍ਰੰਥੀ ਜਾਂ ਤਾਂ 8 ਪਾਸ ਜਾਂ 10 ਪਾਸ ਰੱਖਿਆ ਜਾਂਦਾ। ਬਿਲਕੁਲ ਬਿਲਕੁਲ, ਕਿਉਂਕਿ ਉਹਨੂੰ ਤਕਰੀਬਨ 2000-2500 ਤਨਖਾਹ ਤੇ ਵੀ ਆ ਜਾਂਦੇ ਨੇ। ਆ ਜਾਂਦੇ, ਬਿਲਕੁਲ ਜੀ। ਤੇ ਉੱਥੇ ਗੁਰੂ ਘਰਾਂ ਦੇ ਵਿੱਚ ਜ਼ਿਆਦਾ ਪੜ੍ਹੇ ਲਿਖੇ ਗ੍ਰੰਥੀ ਨਾ ਹੋਣ ਕਾਰਨ ਉਹਨਾਂ ਨੂੰ ਖੁਦ ਮਰਿਆਦਾ ਨਹੀਂ ਪਤਾ, ਉਹ ਮਰਿਆਦਾ ਦੇ ਉੱਤੇ ਪਹਿਰਾ ਕੀ ਦੇਣਗੇ। ਬਿਲਕੁਲ ਜੀ। ਪਰ ਜਿਨ੍ਹਾਂ ਨੂੰ ਮਰਿਆਦਾ ਦੇ ਉੱਤੇ ਪਤਾ ਹੈ ਮਰਿਆਦਾ ਕੀ ਕਹਿੰਦੀ ਆ, ਉਹਨਾਂ ਨੇ ਆਪਣੇ ਨਾਲ ਪ੍ਰਬੰਧਕ ਵੀ ਜੋੜੇ, ਸੰਗਤ ਵੀ ਜੋੜੀ ਅਤੇ ਉਹਨਾਂ ਨੇ ਰਹਿਤ ਮਰਿਆਦਾ ਪ੍ਰਚਾਰ ਵੀ ਕੀਤਾ। ਪਰ ਜਿਨ੍ਹਾਂ ਨੇ ਪ੍ਰਚਾਰ ਕੀਤਾ ਉਹਨਾਂ ਦੇ ਉੱਤੇ ਤਕਰੀਬਨ ਹਮਲੇ ਵੀ ਹੋਏ। ਜਦੋਂ ਉਹਨਾਂ ਨੇ ਆਪਣਾ ਪਿਛੋਕੜ ਛੱਡਿਆ, ਆਪਣੀ ਮਨਮਤ ਛੱਡੀ ਅਤੇ ਗੁਰੂ ਦੀ ਮੱਤ ਧਾਰਨ ਕਰਕੇ ਮਰਿਆਦਾ ਦੇ ਉੱਤੇ ਪਹਿਰਾ ਦਿੱਤਾ, ਤਾਂ ਕੁਝ ਸਾਜ਼ਿਸ਼ਾਂ ਰਚ ਕੇ, ਹਰੇਕ ਪਾਸੇ ਹੁੰਦਾ ਹੈ, ਕੁਝ ਸਾਜ਼ਿਸ਼ਾਂ ਰਚ ਕੇ ਉਹਨਾਂ ਮਰਿਆਦਾ ਨੂੰ ਰੋਕਣ ਦਾ ਕੋਸ਼ਿਸ਼ ਕੀਤਾ ਕਿ ਮਰਿਆਦਾ ਦੇ ਉੱਤੇ ਪਹਿਰਾ ਨਾ ਦਿੱਤਾ ਜਾਵੇ। ਮੈਨੂੰ ਗੱਲ ਦੱਸੋ, ਸਿੱਖ ਰਹਿਤ ਮਰਿਆਦਾ ਸਮੁੱਚੀ ਕੌਮ ਦੀ ਹੈ, ਕਿਸੇ ਇੱਕ ਬੰਦੇ ਦੀ ਤਾਂ ਹੈ ਨਹੀਂ। ਜੇ ਸਮੁੱਚੀ ਸਿੱਖ ਕੌਮ ਦੀ ਹੈ ਤੇ ਸਿੱਖ ਕੌਮ ਇਸ ਨੂੰ ਇੱਕ ਝੰਡੇ ਥੱਲੇ ਕਿਉਂ ਨਹੀਂ ਲੈ ਕੇ ਆਉਣਾ ਚਾਹੁੰਦਾ? ਜਾਂ ਇਹ ਜੇ ਕਹਿ ਲਈਏ, ਮੈਂ ਸਵਾਲ ਦੁਬਾਰਾ ਰਿਪੀਟ ਕਰਦਾ, ਸਿੱਖ ਰਹਿਤ ਮਰਿਆਦਾ ਸਮੁੱਚੇ ਕੌਮ ਦੀ ਹੈ ਤੇ ਹਰ ਬੰਦਾ ਇਹ ਫਰਜ਼ ਕਿਉਂ ਨਹੀਂ ਸਮਝਦਾ ਕਿ ਮੇਰੇ ਘਰ ਵਿੱਚ ਹੋਰ ਭਾਵੇਂ ਕੁਝ ਵੀ ਨਾ ਹੋਵੇ ਪਰ ਸਿੱਖ ਰਹਿਤ ਮਰਿਆਦਾ ਹੋਣੀ ਚਾਹੀਦੀ ਹੈ? ਮੈਂ ਸਿੱਖ ਰਹਿਤ ਮਰਿਆਦਾ ਨੂੰ ਆਪਣਾ ਆਧਾਰ ਮੰਨ ਕੇ ਚੱਲਦਾ ਹਾਂ। ਕਿੰਨਿਆਂ ਕੋ ਅਸਥਾਨਾਂ ਦੇ ਉੱਪਰ ਹੁਣ ਇਹਦਾ ਜਿਹੜਾ ਹੈ, ਜਿਹੜੀ ਮਰਿਆਦਾ ਲਾਗੂ ਨਹੀਂ ਹੋਈ ਤੇ ਉਹਦਾ ਨੁਕਸਾਨ ਕਿੰਨਾ ਕੁ ਹੋਇਆ? ਤਕਰੀਬਨ ਜੇ ਗੱਲ ਕਰੀਏ, ਹਰ ਇੱਕ ਸਿੱਖ ਦਾ ਫਰਜ਼ ਇਹ ਬਣਦਾ ਪਹਿਲਾਂ ਕਿ ਉਹ ਆਪਦੇ ਆਪ ਨੂੰ ਕਿਸੇ ਵੀ ਸੰਪਰਦਾ ਦੇ ਨਾਲ ਜੁੜਨ ਨਾਲੋਂ ਪਹਿਲਾਂ ਇਹ ਕਹੇ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਿਆ ਹੋਇਆ ਤੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਹਾਂ। ਪਰ ਅੱਜ ਸਿੱਖ ਕਹਿਣ ਦੀ ਬਜਾਏ ਉਹ ਕਹਿ ਰਿਹਾ ਹੁੰਦਾ ਹੈ ਕਿ ਮੈਂ ਫਲਾਨੀ ਸੰਪਰਦਾ ਦੇ ਨਾਲ ਜੁੜਿਆ। ਪਰ ਜਦੋਂ ਸੰਪਰਦਾ ਦੇ ਨਾਲ ਜੁੜ ਜਾਂਦਾ ਹੈ, ਫਿਰ ਸੰਪਰਦਾ ਦੇ ਰੂਲ ਉਹਨੂੰ ਫੋਲੋ ਕਰਨੇ ਪੈਂਦੇ ਨੇ। ਜੇਕਰ ਉਹਨੂੰ ਪਤਾ ਵੀ ਲੱਗ ਜਾਵੇ ਕਿ ਮੇਰੇ ਲਈ ਇਹ ਗਲਤ ਆ, ਹੋ ਸਕਦਾ ਹੈ 100 ਤੋਂ 10% ਉਸ ਨੂੰ ਛੱਡ ਦੇਣ, ਪਰ 90% ਤਕਰੀਬਨ ਉਹਨੂੰ ਅਪਣਾਈ ਰੱਖਦੇ ਨੇ। ਕਾਰਨ ਕਿ ਉਹਨਾਂ ਨੂੰ ਆਪਣੀਆਂ ਰੋਜੀ ਰੋਟੀਆਂ ਦਾ ਫਿਕਰ ਰਹਿੰਦਾ ਹੈ। ਉਹ ਰੋਜੀ ਰੋਟੀਆਂ ਨੂੰ ਚਲਾਉਣ ਦੀ ਖਾਤਰ ਉਹ ਆਪਣੀ ਬਣਾਈਆਂ ਹੋਈਆਂ ਮਰਿਆਦਾ ਚੱਲਦੀਆਂ ਰਹਿੰਦੀਆਂ ਨੇ। ਪਤਾ ਹੋਣ ਦੇ ਬਾਵਜੂਦ ਵੀ ਕਿ ਅਸੀਂ ਸਿੱਖ ਹਾਂ, ਅਸੀਂ ਸਿੱਖ ਰਹਿਤ ਮਰਿਆਦਾ ਨੂੰ ਮੰਨਣਾ ਆ, ਮੰਨਦੇ ਤਾਂ ਨਹੀਂ ਕਿਉਂਕਿ ਉਹਨਾਂ ਦੇ ਵਿੱਚ ਉਹਨਾਂ ਦੀ ਰੋਜੀ ਰੋਟੀ ਜਾਣ ਦਾ ਡਰ ਹੁੰਦਾ ਹੈ। ਸਿੱਖ ਸੰਗਤ ਦਾ ਇਸ ਪ੍ਰਤੀ ਕਿੰਨਾ ਕੁ ਰੋਲ ਰਹਿੰਦਾ ਹੈ? ਤਕਰੀਬਨ ਸਿੱਖ ਸੰਗਤ ਦਾ ਪ੍ਰਤੀ ਰੋਲ ਤਾਂ ਰਹੇਗਾ ਜੇ ਅਸੀਂ ਸਿੱਖ ਸੰਗਤ ਨੂੰ ਜਾਣੂ ਕਰਾਵਾਂਗੇ ਸਿੱਖ ਰਹਿਤ ਮਰਿਆਦਾ ਤੋਂ। ਬਿਲਕੁਲ। ਪਹਿਲਾਂ ਸਿੱਖ ਰਹਿਤ ਮਰਿਆਦਾ ਨੂੰ ਜਾਣੂ ਨਹੀਂ ਕਰਾਇਆ ਜਾਂਦਾ ਸੰਗਤ ਪ੍ਰਤੀ। ਸਟੇਜਾਂ ਦੇ ਉੱਤੇ ਬੈਠ ਕੇ ਅਸੀਂ ਸਾਖੀਆਂ ਸੁਣਾ ਦਿੰਨੇ ਆ, ਉਹ ਵੀ ਉਹ ਜਿਹੜੀਆਂ ਸਾਡੇ ਮਨਮਤ ਜ਼ਿਆਦਾ ਫਲਾਉਣ ਸਾਡੇ ਵਿੱਚ। ਸਟੇਜਾਂ ਦੇ ਉੱਤੋਂ ਅਸੀਂ ਉਹ ਚੀਜ਼ਾਂ ਸੁਣਾ ਰਹੇ ਹਾਂ ਜਿਹੜੀ ਵਿੱਚ ਸੰਗਤ ਦਾ ਕੋਈ ਭਲਾ ਨਹੀਂ ਅਤੇ ਆਪਣਾ ਵੀ ਅਸੀਂ ਟਾਈਮ ਖਰਾਬ ਕਰ ਲੈਂਦੇ ਹਾਂ। ਇਸ ਕਰਕੇ ਜੇਕਰ ਅਸੀਂ ਸਟੇਜਾਂ ਦੇ ਉੱਤੋਂ ਪ੍ਰਚਾਰ ਕਰਾਂਗੇ, ਸੰਗਤ ਨੂੰ ਪਤਾ ਲੱਗੇਗਾ, ਸੰਗਤ ਨੂੰ ਇਹ ਪਤਾ ਲੱਗੇਗਾ ਕਿ ਸਿੱਖ ਰਹਿਤ ਮਰਿਆਦਾ ਨਾਂ ਦੀ ਕੋਈ ਚੀਜ਼ ਹੈ ਤੇ ਅਸੀਂ ਉਹਦੇ ਇਕੱਤਰ ਹੋਣਾ ਹੈ ਉਹਦੇ ਥੱਲੇ, ਤਾਂ ਹੋ ਸਕਦਾ ਹੈ ਸੰਗਤ ਵੀ
ਜਾਣੂ ਹੋ ਕੇ ਸਿੱਖ ਕੌਮ ਦੇ ਲਈ ਇੱਕ ਸਮੁੱਚਾ ਪੰਥ ਬਣ ਕੇ ਰਹਿਤ ਮਰਿਆਦਾ ਕਾਬੂਤ ਕਰ ਸਕੇ। ਬਿਲਕੁਲ। ਗੁਰਦੁਆਰੇ ਅਸਥਾਨਾਂ ਦੇ ਉੱਪਰ ਜਿਹੜੇ ਸਾਡੇ ਮੁੱਖ ਪ੍ਰਬੰਧਕ ਬੜੇ ਮੰਨੇ ਤੇ ਆਗੂ ਸਿਆਣੇ ਮੰਨੇ ਜਾਂਦੇ ਨੇ। ਬਿਲਕੁਲ ਬਿਲਕੁਲ। ਧਾਰਮਿਕ ਸਿੱਖ ਅਸਥਾਨਾਂ ਦੇ ਉੱਤੇ ਬਹੁਤ ਸਾਰੀਆਂ ਮਨਮਤਾਂ ਹੋ ਰਹੀਆਂ ਨੇ। ਬਿਲਕੁਲ। ਪਰ ਇਹ ਸਭ ਕੁਝ ਜਾਣ ਦੇ ਬਾਵਜੂਦ ਵੀ ਜਿਹੜੇ ਸਾਡੇ ਮੁੱਖ ਸਿੱਖ ਆਗੂ ਨੇ ਉਹ ਉੱਥੇ ਐਕਸ਼ਨ ਕਿਉਂ ਨਹੀਂ ਲੈਂਦੇ? ਉਹ ਜਾਣਨ ਦੇ ਬਾਵਜੂਦ ਵੀ ਉੱਥੇ ਐਕਸ਼ਨ ਕਿਉਂ ਨਹੀਂ ਲੈਂਦੇ ਦਾ ਕਾਰਨ ਇਹ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਸਿੱਖ ਰਹਿਤ ਮਰਿਆਦਾ ਕੀ ਕਹਿੰਦੀ ਹੈ। ਕਿਉਂਕਿ ਦਰਬਾਰ ਸਾਹਿਬ ਤੋਂ ਇਹ ਸਿੱਖ ਪੰਥ ਨੇ ਮਰਿਆਦਾ ਤਿਆਰ ਕੀਤੀ, ਲਾਗੂ ਕੀਤੀ। ਉਹਨਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਆਪਣੀਆਂ ਰੋਜੀਆਂ ਰੋਟੀਆਂ ਦੀ ਖਾਤਰ ਇਹਦੇ ਉੱਤੇ ਪਹਿਰਾ ਨਹੀਂ ਦੇਣਾ ਚਾਹੁੰਦੇ। ਉਹ ਨਹੀਂ ਚਾਹੁੰਦੇ ਕਿ ਸਾਡੀ ਰੋਜੀ ਰੋਟੀ ਬੰਦ ਹੋ ਜੇ, ਸਾਡੇ ਕੋਲੋਂ ਵੱਡੇ ਅਹੁਦੇ ਖਿੱਚੇ ਜਾਣ, ਜਾਂ ਅਸੀਂ ਜਿਹੜੇ ਅੱਜ ਐਸ਼ੋ ਆਰਾਮ ਦੀ ਜ਼ਿੰਦਗੀ ਜਿਉ ਰਹੇ ਹਾਂ ਇਹ ਅਸੀਂ ਸ਼ਾਇਦ ਨਾ ਜਿਉ ਪਾਈਏ। ਮੇਰੇ ਮੁਤਾਬਕ ਤੇ ਕਿਤੇ ਇਹ ਵੀ ਲੱਗਦਾ ਵੀ ਸਿਆਸੀ ਦਬਾਅ ਜਿਹੜਾ ਹੈ ਨਾ ਇਹ ਅੱਜ ਗੁਰਦੁਆਰਿਆਂ ਵਿੱਚ ਤੇ ਮਰਿਆਦਾ ਦੇ ਉੱਪਰ ਪੈ ਗਿਆ। ਬਿਲਕੁਲ ਜੀ ਬਿਲਕੁਲ। ਜਿਹੜਾ ਸਿਆਸੀ ਦਬਾਅ ਹੈ, ਸਿਆਸਤ ਹੋਣੀ ਗੁਰੂ ਘਰ ਦੇ ਵਿੱਚ ਬਿਲਕੁਲ ਸਹੀ ਹੈ, ਚਾਹੀਦੀ ਹੈ, ਪਰ ਪਰੰਤੂ ਕੀ ਹੈ ਜਿਹੜੀ ਸਿਆਸਤ ਆ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦੇ ਉੱਤੇ ਬਹਿ ਗਈ। ਅੱਜ ਇਹ ਉੱਤੇ ਚਲੀ ਗਈ, ਅੱਜ ਸਿੱਖ ਸਿਧਾਂਤਾਂ ਦੇ ਉੱਤੇ। ਉਹਨਾਂ ਨੇ ਆਪਣੀ ਰੋਜੀ ਦੇ ਲਈ, ਆਪਣੀਆਂ ਵੋਟਾਂ ਦੇ ਲਈ, ਆਪਣੇ ਨਿੱਜੀ ਸਵਾਰਥ ਦੇ ਲਈ ਇਹ ਸਿੱਖ ਰਹਿਤ ਮਰਿਆਦਾ ਨੂੰ ਜਾਂ ਹੋਰ ਗੁਰੂ ਦੇ ਸਿਧਾਂਤਾਂ ਨੂੰ ਮੰਨਣਾ ਨਹੀਂ ਚਾਹਿਆ। ਉਹਨਾਂ ਨੂੰ ਪਹਿਲਾਂ ਵੀ ਮੈਂ ਗੱਲ ਕਰ ਚੁੱਕਿਆ, ਉਹਨਾਂ ਨੂੰ ਇਹ ਰਹਿੰਦਾ ਹੈ ਕਿ ਸ਼ਾਇਦ ਅਸੀਂ ਐਸੋ ਆਰਾਮ ਜੋ ਨਾਮ ਨਾ ਖੱਟਿਆ ਸਾਡੇ ਕੋਲੋਂ ਚਲਿਆ ਜਾਵੇਗਾ। ਸ਼ਾਇਦ ਜੋ ਸਾਡੇ ਨਾਲ ਇੰਨੀ ਪਬਲਿਕ ਜੁੜੀ ਏ, ਇੰਨੇ ਲੋਕ ਜੁੜੇ ਨੇ, ਹੋ ਸਕਦਾ ਸਾਡੇ ਨਾਲੋਂ ਇਹ ਸਾਰੇ ਟੁੱਟ ਜਾਣ। ਇੱਕ ਮਿੰਟ, ਮੈਂ ਥੋੜੀ ਜਿਹੀ ਗੱਲ ਕਰਨੀ ਚਾਹੁੰਦਾ। ਸਿੱਖ ਰਹਿਤ ਮਰਿਆਦਾ ਅੰਦਰ ਬਕਾਇਦਾ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਅਸੀਂ ਕਿਸੇ ਹੋਰ ਦਾ ਪ੍ਰਕਾਸ਼ ਨਹੀਂ ਕਰ ਸਕਦੇ। ਬਿਲਕੁਲ ਲਿਖਿਆ ਹੈ। ਪਰ ਇਸ ਗੱਲ ਨੂੰ ਅਸੀਂ ਪੂਰਨ ਤੌਰ ਤੇ ਜ਼ੋਰ ਪਾ ਕੇ ਲਾਗੂ ਕਿਉਂ ਨਹੀਂ ਕਰ ਪਾ ਰਹੇ? ਜੇ ਸਿੱਖ ਗੱਲ ਕਰਦਾ ਹੈ ਤੇ ਉਹੀ ਬੰਦੇ ਜਿਹੜੇ ਮਰਿਆਦਾ ਦੀ ਗੱਲ ਕਰਦਾ ਜ਼ੋਰ ਪਾਉਂਦੇ ਤੁਸੀਂ ਗੁਰਦੁਆਰੇ 'ਚ ਮਰਿਆਦਾ ਦੀ ਗੱਲ ਕਰੋ, ਤੇ ਜਦੋਂ ਉਹ ਸਿੱਖ ਮਰਿਆਦਾ ਦੀ ਹੀ ਗੱਲ ਕਰਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਹੋਰ ਦਾ ਪ੍ਰਕਾਸ਼ ਕਰਨ ਦੀ ਗੱਲ ਵੇਖਦਾ ਹੈ ਤਾਂ ਉੱਥੇ ਫਿਰ ਉਹੀ ਬੰਦੇ ਦਬਾਅ ਪਾਉਂਦੇ ਵੀ ਤੁਸੀਂ ਇਹ ਗੱਲ ਨਾ ਕਰੋ। ਇਹਦਾ ਕੀ ਕਾਰਨ ਹੈ? ਦੁਚਿੱਤਾਪਣ ਕਿਉਂ ਹੈ? ਦੁਚਿੱਤਾਪਣ ਇਸ ਕਰਕੇ ਆਇਆ ਸਿੱਖ ਕੌਮ ਦੇ ਵਿੱਚ ਕਿਉਂਕਿ ਸਿੱਖ ਕੌਮ ਦੇ ਵਿੱਚ ਜੋ ਸਾਡੇ ਮੇਨ ਲੀਡਰ ਹੋਏ, ਜੋ ਮੇਨ ਜਥੇਦਾਰ ਹੋਏ, ਜਾਂ ਹੋਰ ਸਾਡੇ ਮੇਨ ਉੱਚੇ ਅਹੁਦਿਆਂ ਵਾਲੇ ਹੋਏ, ਉਹਨਾਂ ਨੇ ਇਹ ਚੀਜ਼ ਨੂੰ ਕਬੂਲ ਨਹੀਂ ਕੀਤਾ। ਉਹਨਾਂ ਨੇ ਇਹ ਅੱਗੇ ਵਧਣ ਦੀ ਬਜਾਏ ਕਿ ਸਿੱਖ ਕੌਮ ਇੱਕੋ ਓਂਕਾਰ ਦੀ ਛਤਰ ਛਾਇਆ ਹੇਠ ਇਕੱਤਰ ਹੋ ਜਾਵੇ, ਉਹਨਾਂ ਨੇ ਇਹਨੂੰ ਸਾਰੇ ਕਾਸੇ ਨੂੰ ਫੋਲੋ ਕਰਨ ਦੀ ਬਜਾਏ ਅੱਡ ਅੱਡ ਮਰਿਆਦਾ ਸਾਡੇ ਸਾਹਮਣੇ ਰੱਖ ਦਿੱਤੀਆਂ। ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਠੀਕ ਹੈ, ਉਹ ਪੂਰਨ ਨੇ, ਉਹਨਾਂ ਦੀ ਮਰਿਆਦਾ ਪੂਰੀ ਹੈ। ਉਹਨਾਂ ਦੀ ਰੋਕਣ ਦੀ ਵਜ੍ਹਾ ਵੀ ਇਹ ਆ ਕਿਉਂਕਿ ਉਹਨਾਂ ਦੇ ਉੱਤੇ ਸਿਆਸੀ ਦਬਾਅ ਆ ਜਾਂਦਾ ਆ, ਕੁਝ ਹੋਰ ਸੰਤਾਂ ਡੇਰੇਦਾਰਾਂ ਦਾ ਦਬਾਅ ਆ ਜਾਂਦਾ ਆ, ਕੁਝ ਉਹ ਡਰ ਦੇ ਅਧੀਨ ਹੋ ਕੇ ਉਹ ਉਸ ਟਾਈਮ ਮਜਬੂਰੀ ਦੇ ਵਸ ਆ ਕੇ ਵੀ ਇਹ ਕਹਿ ਦਿੰਦੇ ਨੇ ਕਿ ਇਦਾਂ ਦੀ ਪ੍ਰਚਾਰ ਨਹੀਂ ਕਰਨਾ। ਇੱਕ ਮਿੰਟ, ਸਿੱਖ ਰਹਿਤ ਮਰਿਆਦਾ ਅੰਦਰ ਲਿਖਿਆ ਵੀ ਸਿੱਖ ਨੇ ਬੁੱਤ ਪ੍ਰਸਤੀ ਇਸ ਦੀ ਪੂਜਾ ਨਹੀਂ ਕਰਨੀ ਨਾ। ਬਿਲਕੁਲ। ਤੇ ਫਿਰ ਵੀ ਕੁਝ ਡੇਰੇਦਾਰਾਂ ਵੱਲੋਂ ਇਹੋ ਜਿਹਾ ਸਿਸਟਮ ਹੋ ਰਿਹਾ ਵੀ ਗੁਰੂ ਸਾਹਿਬਾਨ ਦੀਆਂ ਫੋਟੋਆਂ ਨੂੰ ਮੱਥੇ ਟਿਕਾਏ ਜਾਂਦੇ ਨੇ। ਉਹ ਸਭ ਕੁਝ ਮਨਾ ਹੋਣ ਦੇ ਬਾਵਜੂਦ ਵੀ ਜਿਹੜੇ ਸਾਡੇ ਆਗੂ ਨੇ ਜਿਹੜੇ ਮਰਿਆਦਾ ਦੀ ਗੱਲ ਕਰਦੇ ਨੇ ਉਹਨਾਂ ਦੀ ਜਾ ਕੇ ਸਪੋਰਟ ਕਰਦੇ ਨੇ। ਤੇ ਜਦੋਂ ਕੋਈ ਜਾਗਰੂਕ ਪ੍ਰਚਾਰਕ ਇਸ ਗੱਲ ਦਾ ਵਿਰੋਧ ਕਰਦਾ ਹੈ ਵੀ ਜਿਹੜੀ ਸਿੱਖ ਮਰਿਆਦਾ ਉਹ 'ਚ ਮੂਰਤੀ ਪੂਜਾ ਦਾ ਵਿਰੋਧ ਹੈ, ਗੁਰਬਾਣੀ 'ਚ ਵੀ ਵਿਰੋਧ ਹੈ, ਤੇ ਤੁਸੀਂ ਫਿਰ ਇਸ ਨੂੰ ਕਿਉਂ ਫੋਲੋ ਤੁਸੀਂ ਸਪੋਰਟ ਉਹਦੀ ਕਿਉਂ ਕਰ ਰਹੇ ਹੋ? ਤਾਂ ਉੱਥੇ ਫਿਰ ਜਿਹੜਾ ਧਾਰਮਿਕ ਆਗੂ ਸਾਡਾ ਮੰਨਿਆ ਜਾਂਦਾ ਹੈ ਉਹ ਫਿਰ ਸਪੋਰਟ ਲੈਂਦਾ ਹੈ ਮਰਿਆਦਾ ਮੰਨਣ ਵਾਲੇ ਦੀ ਨਹੀਂ, ਜਿਹੜਾ ਮਰਿਆਦਾ ਤੋਂ ਉਲਟ ਚੱਲ ਰਿਹਾ ਹੈ ਉਹਦੀ ਲੈਂਦਾ ਹੈ। ਉਹਨਾਂ ਦੀ ਸਪੋਰਟ ਵੱਧ ਤੋਂ ਵੱਧ ਕਿਉਂ ਕਰ ਰਿਹਾ ਹੈ? ਕੀ ਕਾਰਨ ਹੈ ਵੀ ਸਿੱਖ ਉਹ ਆਗੂ ਸਭ ਕੁਝ ਜਾਣਦਾ ਹੋਇਆ ਵੀ ਉਹਨਾਂ ਵੱਲ ਨੂੰ ਤੁਰਿਆ ਕਿਉਂ ਜਾਂਦਾ ਹੈ? ਇਹਦਾ ਕਾਰਨ ਕੀ ਆ? ਜਦੋਂ ਅਸੀਂ ਆਪਣਾ ਪਿਛੋਕੜ ਦੇਖਦੇ ਹਾਂ, ਪਿਛੋਕੜ ਦੇ ਨਾਲ ਨਾਲ ਜਿਵੇਂ ਪਹਿਲਾਂ ਵੀ ਗੱਲ ਕੀਤੀ ਆ, ਸਾਡੇ ਘਰਾਂ ਦੇ ਵਿੱਚ ਬ੍ਰਾਹਮਣੀ ਮੱਤ ਤੇ ਡੇਰੇਦਾਰ ਮੱਤ ਸਾਡੇ ਦਿਲਾਂ ਦੇ ਵਿੱਚ ਘਰ ਕਰ ਗਈ। ਸਾਡੇ ਘਰਾਂ ਦੇ ਵਿੱਚ ਆ ਕੇ ਇੰਨੀ ਕੁ ਇਹ ਵੜ ਗਈ ਕਿ ਅੱਜ ਅਸੀਂ ਇਹਨੂੰ ਦੂਰ ਨਹੀਂ ਕਰ ਪਾਉਂਦੇ। ਸਾਡੇ ਇੱਕ ਜਿਹੜੇ ਅਨਪੜ੍ਹ ਕਹਿ ਸਕਦੇ ਆ ਜਾਂ ਪਿੰਡਾਂ ਵਾਲੀ ਸ਼੍ਰੇਣੀ ਕਹਿ ਸਕਦੇ ਆ, ਇਹ ਇੰਨਾ ਕੁ ਡੇਰੇਦਾਰਾਂ ਦੇ ਨਾਲ ਜੁੜੀ, ਇਹ ਇੰਨਾ ਕੁ ਮਨਮਤ ਦੇ ਨਾਲ ਜੁੜੀ ਕਿ ਅੱਜ ਮੰਨਣ ਨੂੰ ਤਿਆਰ ਨਹੀਂ। ਇਹ ਗੱਲ ਕਹਿਣ ਨੂੰ ਤਿਆਰ ਨਹੀਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ। ਇਹ ਗੱਲ ਆਖ ਦਿੰਦੇ ਨੇ ਉਲਟਾ ਕਿ ਅਸੀਂ ਸੰਤਾਂ ਨੂੰ ਮੰਨਦੇ ਹਾਂ, ਸੰਤਾਂ ਨੇ ਇਹ ਗੱਲ ਆਖੀ ਸੀ।
ਹੁਣ ਇਹ ਜਿਹੜਾ ਮਨਮਤੀ ਆ, ਮਨਮਾਤਾ, ਬ੍ਰਾਹਮਣੀ ਮਾਤਾ, ਇਹ ਸਾਡੇ ਦਿਲਾਂ ਵਿੱਚ ਇੰਨਾ ਕੁ ਘਰ ਕਰ ਗਈ, ਇਹਨੇ ਸਾਡੇ ਦਿਲਾਂ ਵਿੱਚ ਇੰਨਾ ਘਰ ਕੀਤਾ ਕਿ ਇਹਦਾ ਇਕੱਠ ਬੜਾ ਆ, ਇਹਦਾ ਕਾਫਲਾ ਬੜਾ ਆ। ਜਦੋਂ ਕੋਈ ਸਾਡਾ ਆਗੂ ਉਸ ਜਗ੍ਹਾ ਦੇ ਉੱਤੇ ਆਉਂਦਾ ਆ, ਜਦੋਂ ਦੇਖਦਾ ਏਡੇ ਕਾਫਲੇ ਨੂੰ, ਏਡੀ ਸੰਗਤ ਨੂੰ, ਜਦੋਂ ਦੇਖਦਾ ਤਾਂ ਉਹ ਸੱਚ ਬੋਲਣ ਦੀ ਬਜਾਏ ਉੱਥੇ ਉਹ ਏਡੀ ਇਕੱਤਰ ਸੰਗਤ ਨੂੰ ਦੇਖ ਕੇ, ਇਕੱਠ ਨੂੰ ਦੇਖ ਕੇ ਝੁਕ ਜਾਂਦਾ ਆ ਤੇ ਆਪਣੀ ਸ਼ੋਭਾ ਦੇ ਲਈ ਕਿ ਸ਼ਾਇਦ ਇੰਨੇ ਲੋਕ ਮੇਰੇ ਨਾਲ ਵੀ ਜੁੜੇ ਰਹਿਣਗੇ ਤੇ ਮੇਰੀ ਵੀ ਗੋਲਕ ਭਰਦੀ ਰਹੂ, ਕੱਲ੍ਹ ਨੂੰ ਮੇਰੇ ਤੇ ਕੋਈ ਐਕਸ਼ਨ ਆਇਆ ਤਾਂ ਮੈਂ ਇਹਨਾਂ ਲੋਕਾਂ ਦੀ ਸਪੋਰਟ ਲੈ ਸਕਾਂਗਾ, ਤਾਂ ਕਰਕੇ ਉਹ ਇਸ ਮਨਮੱਤ ਨੂੰ बढ़ावा दे रहे हैं। ਤੁਹਾਡੇ ਮੁਤਾਬਕ ਜਿਹੜੀ ਸਿੱਖ ਰਹਿਤ ਮਰਿਆਦਾ ਹੈ, ਜਿਹੜੀ ਪੰਥ ਪ੍ਰਵਾਨ, ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ, ਉਸ ਮਰਿਆਦਾ ਨੂੰ ਅਸੀਂ ਘਰ ਘਰ ਤੇ ਗੁਰੂ ਘਰਾਂ ਵਿੱਚ ਕਿਵੇਂ ਲਾਗੂ ਕਰ ਸਕਦੇ ਹਾਂ? ਤੁਸੀਂ ਆਪਣੇ ਵੱਲੋਂ ਸੁਝਾਅ ਦਿਓ ਸਾਨੂੰ। ਜਿਹੜੀ ਸਿੱਖ ਰਹਿਤ ਮਰਿਆਦਾ ਆ, ਇਹਨੂੰ ਘਰ ਘਰ ਪਹੁੰਚਾਉਣ ਦੇ ਲਈ, ਇਹਦਾ ਸਮੁੱਚੇ ਪੰਥ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਪਹਿਲਾਂ ਸਾਨੂੰ ਆਪਣੇ ਬੱਚਿਆਂ ਨੂੰ ਵਧੀਆ ਗੁਰਮਤਿ ਕਾਲਜਾਂ ਦੇ ਵਿੱਚ ਪੜ੍ਹਾਉਣਾ ਪਵੇਗਾ, ਕਿਉਂਕਿ ਸਾਡੇ ਬੱਚੇ ਜਦੋਂ ਪੜ੍ਹਨਗੇ ਫਿਰ ਉਹ ਆ ਕੇ ਪਿੰਡਾਂ ਦੇ ਵਿੱਚ, ਆਪਣੇ ਘਰਾਂ ਦੇ ਵਿੱਚ ਲਾਗੂ ਕਰਨਗੇ। ਜਦ ਘਰ ਘਰ ਦੇ ਵਿੱਚ ਲਾਗੂ ਹੋਵੇਗੀ ਅਤੇ ਜਿਹੜੇ ਸਾਡੇ ਗੁਰੂ ਘਰਾਂ ਦੇ ਗ੍ਰੰਥੀ ਨੇ ਜਾਂ ਗੁਰੂ ਘਰਾਂ ਦੇ ਪ੍ਰਚਾਰਕ ਨੇ, ਸਾਨੂੰ ਉਹ ਵੀ ਪੜ੍ਹੇ ਲਿਖੇ ਰੱਖਣੇ ਪੈਣਗੇ। ਜਦੋਂ ਅਸੀਂ ਉਹ ਪੜ੍ਹੇ ਲਿਖੇ ਰੱਖਾਂਗੇ, ਉਹਨਾਂ ਨੂੰ ਮਰਿਆਦਾ ਬਾਰੇ ਪਤਾ ਹੋਵੇਗਾ, ਉਹਨਾਂ ਨੂੰ ਕਾਨੂੰਨ ਬਾਰੇ ਪਤਾ ਹੋਵੇਗਾ, ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਬਾਰੇ ਪਤਾ ਹੋਵੇਗਾ, ਉਹ ਆ ਕੇ ਸੰਗਤ ਦੇ ਵਿੱਚ ਵਿਚਾਰ ਕਰਨਗੇ ਅਤੇ ਜਦੋਂ ਉਸ ਪ੍ਰਚਾਰਕ ਨੂੰ ਵੀ ਸੌਖਾ ਹੋ ਜਾਏਗਾ, ਜਦ ਉਹਨਾਂ ਦਾ ਬੱਚਾ ਗੁਰਮਤਿ ਕਾਲਜ ਵਿੱਚ ਪੜ੍ਹਦਾ ਹੋਵੇਗਾ, ਉਹਨਾਂ ਘਰ ਵਾਲਿਆਂ ਨੂੰ ਵੀ ਸੌਖਾ ਹੋ ਜਾਵੇਗਾ। ਅਤੇ ਇਸ ਤਰ੍ਹਾਂ ਜੋ ਸਾਡੇ ਗੁਰੂ ਘਰਾਂ ਦੇ ਗ੍ਰੰਥੀ, ਗੁਰੂ ਘਰਾਂ ਦੇ ਕਥਾਵਾਚਕ ਜਾਂ ਰਾਗੀ ਸਾਹਿਬਾਨ, ਇਹ ਪੜ੍ਹੇ ਲਿਖੇ ਹੋਣਗੇ ਅਤੇ ਸਮੁੱਚੀ ਗੁਰਬਾਣੀ ਦਾ, ਸਮੁੱਚੀ ਸਿੱਖ ਰਹਿਤ ਮਰਿਆਦਾ ਦਾ ਪ੍ਰਚਾਰ ਕਰਨਗੇ, ਤਾਂ ਮੇਰਾ ਯਕੀਨਨ ਇਹ ਦਾਅਵਾ ਵਾਅਦਾ ਹੈ ਲਾ ਲਓ ਕਿ ਇੱਕ ਨਾ ਇੱਕ ਦਿਨ ਸਾਰੀ ਸਿੱਖ ਕੌਮ ਸਿੱਖ ਰਹਿਤ ਮਰਿਆਦਾ ਹੇਠ ਇਕੱਠੀ ਹੋ ਸਕਦੀ। ਮੈਂ ਇੱਕ ਗੱਲ ਪੁੱਛਣਾ ਚਾਹੁੰਦਾ, ਜਦੋਂ ਕੋਈ ਪ੍ਰਚਾਰਕ ਕਿਸੇ ਵੀ ਕਾਲਜ ਵਿੱਚੋਂ ਪੜ੍ਹ ਕੇ ਆਉਂਦਾ ਹੈ, ਮਰਿਆਦਾ ਤੋਂ ਜਾਣੂ ਹੋਇਆ, ਗੁਰਬਾਣੀ ਤੋਂ ਜਾਣੂ ਹੋਇਆ, ਇਤਿਹਾਸ ਤੋਂ ਜਾਣੂ ਹੋਇਆ, ਜਦੋਂ ਉਹ ਕਿਸੇ ਗੁਰਦੁਆਰਾ ਸਾਹਿਬ ਵਿੱਚ ਆਇਆ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਸੰਗਤ ਮਨਮਤ ਲੈ ਕੇ ਬੈਠੀ ਹੋਈ ਹੈ ਕਈ ਸਾਲਾਂ ਤੋਂ, ਜਦੋਂ ਅਚਾਨਕ ਆ ਕੇ ਉਹ ਇੱਕ ਨਵਾਂ ਮੋੜ ਦਿੰਦਾ ਹੈ ਤੇ ਉਹ ਲੋਕ, ਉਹ ਪ੍ਰਬੰਧਕ ਕਮੇਟੀ ਕਹਿੰਦੇ ਇਸ ਬੰਦੇ ਨੂੰ ਕੁਝ ਪਤਾ ਨਹੀਂ ਹੈ, ਕੁਝ ਪਤਾ ਨਹੀਂ ਕਹਿੰਦੇ ਨਾ। ਹੁਣ ਜਿਨ੍ਹਾਂ ਲੋਕਾਂ ਦਾ ਸਵਾਲ ਹੀ ਹੈ ਵੀ ਇਸ ਬੰਦੇ ਨੂੰ ਕੁਝ ਨਹੀਂ ਪਤਾ, ਹਾਲਾਂਕਿ ਸਭ ਕੁਝ ਜਾਣ ਚੁੱਕਾ ਹੋਇਆ, ਪਤਾ ਹੋਇਆ ਵੀ ਕੀ ਗੱਲ ਉੱਥੇ ਹੋ ਰਹੀ ਹੈ। ਹੁਣ ਸੰਗਤ ਨੂੰ ਇਸ ਬਾਰੇ ਕੀ ਸੋਚਣਾ ਚਾਹੀਦਾ ਵੀ ਅਸੀਂ ਉਹਦੀ ਗੱਲ ਮੰਨੀਏ ਜਾਂ ਆਪਣੀ ਗੱਲ ਮਨਾਈਏ? ਦੇਖੋ, ਸੰਗਤ ਨੇ ਵਿਵੇਕ ਬੁੱਧ ਨਾਲ ਸੋਚਣਾ ਹੈ ਕਿ ਇਹਨਾਂ ਵਿੱਚੋਂ ਸਹੀ ਕੌਣ ਹੈ। ਵਿਵੇਕ ਬੁੱਧ ਆਉਣੀ ਹੀ ਤਾਂ ਜੇ ਉਹਨਾਂ ਕੋਲ ਗੁਰੂ ਦੀ ਮੱਤ ਹੋਵੇਗੀ ਨਾ। ਮੈਂ ਤੁਹਾਨੂੰ ਉਹੀ ਗੱਲ ਦੱਸ ਰਿਹਾ ਨਾ, ਜਦੋਂ ਪੜ੍ਹਿਆ ਲਿਖਿਆ ਕਥਾਵਾਚਕ ਜਾਂ ਪੜ੍ਹਿਆ ਲਿਖਿਆ ਗ੍ਰੰਥੀ ਸਿੰਘ ਗੁਰੂ ਘਰ ਵਿੱਚ ਆ ਕੇ ਸਮੁੱਚੀ ਗੁਰਬਾਣੀ ਦਾ ਸਹੀ ਪ੍ਰਚਾਰ ਕਰੇਗਾ, ਸਹੀ ਮਰਿਆਦਾ ਬਾਰੇ ਦੱਸੇਗਾ, ਤਾਂ ਸੰਗਤ ਦਾ ਫਰਜ਼ ਬਣਦਾ ਹੈ ਉਹ ਆਪਣੀ ਵਿਵੇਕ ਬੁੱਧ ਨਾਲ ਸੋਚੇ ਕਿ ਇਹਨਾਂ ਦੇ ਵਿੱਚੋਂ ਸਹੀ ਕੌਣ ਹੈ। ਜਦੋਂ ਆ ਕੇ ਉਹ ਕਹੇਗਾ ਕਿ ਭਾਈ ਜੋਤ ਆ ਜਿਹੜੀ ਉਹ ਇਨਸਾਨ ਦੇ ਵਿੱਚ ਆ, ਸਾਨੂੰ ਇਹ ਨਾਲ ਜੋਤਾ ਰੱਖਣ ਦਾ ਫਾਇਦਾ ਕੋਈ ਨਹੀਂ, ਬਿਲਕੁਲ, ਤਾਂ ਫਿਰ ਸੰਗਤ ਦਾ ਫਰਜ਼ ਬਣਦਾ ਹੈ ਕਿ ਉਹ ਸੋਚੇ ਵੀ ਵਾਕਈ ਇਹਨਾਂ ਦੇ ਵਿੱਚੋਂ ਸਹੀ ਕੌਣ ਹੈ। ਇੱਕ ਮਿੰਟ ਮੈਂ ਗੱਲ ਹੋ ਕਰਨੀ ਚਾਹੁੰਦਾ। ਬੜਾ ਲੰਮਾ ਸਮਾਂ ਸਿਸਟਮ ਚੱਲਦਾ ਹੈ, ਗੁਰਦੁਆਰੇ ਵਿੱਚ ਪੇੜੇ ਵੀ ਕੀਤੇ ਜਾਂਦੇ, ਬਿਲਕੁਲ, ਪਾਣੀ 'ਚ ਫੂਕਾਂ ਮਾਰੀਆਂ ਜਾਂਦੀਆਂ, ਥੜਿਆਂ ਨੂੰ ਮੱਥਾ ਟਿਕਾਇਆ ਜਾਂਦਾ, ਖਾਸ ਬਣਾਏ ਹੋਏ ਚੀਜ਼ਾਂ ਨੂੰ। ਇਹ ਜਿਹੜੀਆਂ ਸਾਰੀਆਂ ਮਨਮਤਾਂ ਜਦੋਂ ਗੁਰਦੁਆਰਿਆਂ ਵਿੱਚ ਹੁੰਦੀਆਂ ਨੇ, ਇੱਕੋ ਦਮ ਕੋਈ ਗਿਆਨਵਾਨ ਪ੍ਰਚਾਰਕ ਆ ਕੇ ਇਸ ਨੂੰ ਮਨਮਤ ਦੱਸ ਦਿੰਦਾ ਹੈ, ਲੋਕਾਂ ਦੇ ਮਨ 'ਚ ਠੇਸ ਵੱਜਦੀ ਹੈ ਵੀ ਇਸ ਬੰਦੇ ਨੇ ਸਾਡੇ ਇੰਨੇ ਪੁਰਾਣੇ ਸਾਲਾਂ ਦੇ ਕੰਮ ਨੂੰ ਬਿਲਕੁਲ ਆ ਕੇ ਬੰਦ ਕਰ ਦਿੱਤਾ ਹੈ। ਇਹ ਕਹਿੰਦਾ ਵੀ ਇਹ ਗਲਤ ਕੰਮ ਹੈ, ਮਨਮਤ ਹੈ, ਇਹਨੂੰ ਕੱਢ ਦਿਓ, ਇਹਨੂੰ ਇੱਥੋਂ ਦੂਰ ਕਰ ਦਿਓ। ਬੰਦਾ ਉਹ ਲਿਆਓ ਜਿਹੜਾ ਸਾਡੀ ਗੱਲ ਮੰਨੇ, ਜਿਹੜਾ ਪੇੜੇ 'ਚ ਜਿਹੜਾ ਪਾਣੀ 'ਚ ਫੂਕਾਂ ਮਾਰ ਕੇ ਦੇ, ਜਿਹੜਾ ਪੇੜੇ ਕਰਕੇ ਦੇ, ਜਿਹੜਾ ਕੁਝ ਵੀ ਕਰਕੇ ਦੇਵੇ। ਹੁਣ ਇੱਥੇ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਪ੍ਰਚਾਰਕ ਨੂੰ ਆਪਣੇ ਆਪ ਵਿੱਚ ਕੀ ਸਟੈਂਡ ਲੈਣਾ ਚਾਹੀਦਾ ਹੈ? ਦੇਖੋ, ਕੁਝ ਅਸੀਂ ਮਾਹੌਲ ਹੀ ਇੱਦਾਂ ਦਾ ਬਣਾ ਲਿਆ, ਮਾਹੌਲ ਇੱਦਾਂ ਦਾ ਬਣਾਇਆ ਕਿ ਪਹਿਲੀ ਮਨਮਤ ਪੂਰੀ ਤਰ੍ਹਾਂ ਘਰ ਕਰ ਗਈ। ਹੁਣ ਰਹਿ ਗਈ ਗੱਲ ਇੱਕ ਪ੍ਰਚਾਰਕ ਦੀ ਸਟੈਂਡ ਲੈਣ ਦੀ। ਪ੍ਰਚਾਰ ਨੇ ਪਹਿਲਾਂ ਆਪਣੀ ਕਮੇਟੀ ਨੂੰ, ਜੋ ਪ੍ਰਬੰਧਕ ਕਮੇਟੀ ਆ, ਉਹਨੂੰ ਗੁਰੂ ਦੀ ਮੱਤ ਸਮਝਾਉਣ ਦਾ ਫਰਜ਼ ਆ ਕਿ ਉਹ ਗੁਰੂ ਦੀ ਮੱਤ ਪਹਿਲਾਂ ਪ੍ਰਬੰਧਕ ਕਮੇਟੀ ਦੇ ਪੱਲੇ ਪਾਵੇ। ਜਦੋਂ ਪ੍ਰਬੰਧਕ ਕਮੇਟੀ ਇਹ ਗੱਲ ਤੋਂ ਜਾਣੂ ਹੋਵੇਗੀ ਕਿ ਸਿੱਖ ਰਹਿਤ ਮਰਿਆਦਾ ਕੀ ਕਹਿੰਦੀ ਹੈ, ਗੁਰੂ ਦੀ ਬਾਣੀ ਕੀ ਕਹਿੰਦੀ ਆ, ਤਾਂ ਉਹ ਸਿੱਖ ਰਹਿਤ ਮਰਿਆਦਾ ਤੋਂ ਲਾਗੂ ਜਾਣੂ ਹੋਈ ਕਮੇਟੀ
ਆਪਣੇ ਗੁਰੂ ਘਰ ਦੇ ਵਿੱਚ ਜਦ ਸਿੱਖ ਰਹਿਤ ਮਰਿਆਦਾ ਲਾਗੂ ਕਰੇਗੀ ਅਤੇ ਉਹ ਸੰਗਤ ਨੂੰ ਵੀ ਸੁਝਾਅ ਦੇਵੇਗੀ ਕਿ ਭਾਈ ਜਿਹੜੇ ਸਾਡੇ ਗੁਰੂ ਘਰ ਦੇ ਵਿੱਚ ਸਿੰਘ ਸਾਹਿਬਾਨ ਆਏ ਨੇ ਜਾਂ ਕਥਾਵਾਚਕ ਆਏ ਨੇ, ਇਹਨਾਂ ਦੀ ਵਿਚਾਰ ਸੁਣੋ। ਗੁਰਮਤਿ ਅਨੁਸਾਰ ਵਿਚਾਰ ਇਹ ਹੈ, ਜੇ ਤੁਸੀਂ ਗੁਰੂ ਦੀ ਮਤ ਨਹੀਂ ਮੰਨਣਾ ਚਾਹੁੰਦੇ ਤਾਂ ਤੁਸੀਂ ਬੇਸ਼ੱਕ ਪੇੜੇ ਕਰੋ, ਚਾਹੇ ਫੂਕਾਂ ਮਾਰੋ, ਚਾਹੇ ਕੁਝ ਵੀ ਕਰੋ, ਕਿਉਂਕਿ ਗੁਰੂ ਦੀ ਮਤ ਨਹੀਂ। ਅਸੀਂ ਅਗਲੇ ਦੇ ਸਾਹਮਣੇ ਚੀਜ਼ ਰੱਖ ਦੇਣੀ ਆ। ਹੁਣ ਉਹ ਅਗਲਾ ਖਾ ਕੇ ਸਵਾਦ ਲੱਗੇ ਉਹਨੂੰ ਨਾ ਲੱਗੇ, ਉਹਦੇ ਤੇ ਡਿਪੈਂਡ ਕਰਦਾ ਆ। ਕਥਾਵਾਚਕ ਦਾ ਫਰਜ਼ ਹੈ ਕਿ ਉਹ ਗੁਰੂ ਦੀ ਮਤ ਅਤੇ ਮਨਮਤ ਸਾਹਮਣੇ ਰੱਖੇ, ਕਿਉਂਕਿ ਡੰਡੇ ਦੇ ਜ਼ੋਰ ਤੇ ਕਦੇ ਵੀ ਕੋਈ ਧਰਮ ਕਾਇਮ ਨਹੀਂ ਹੁੰਦਾ। ਸੋ ਭਾਈ ਸਾਹਿਬ ਤੁਸਾਂ ਨੇ ਆ ਕੇ ਬੜੇ ਸੁੰਦਰ ਤਰੀਕੇ ਨਾਲ ਸਾਨੂੰ ਇੱਕ ਗੱਲ ਦੱਸੀ ਹੈ ਵੀ ਜਿਹੜਾ ਸਿੱਖ ਦਾ ਆਪਣਾ ਫਰਜ਼ ਕੀ, ਪ੍ਰਬੰਧਕ ਦਾ ਫਰਜ਼ ਕੀ, ਤੇ ਜਿਹੜਾ ਪ੍ਰਚਾਰਕ ਉਹਦਾ ਫਰਜ਼ ਕੀ ਹੈ। ਤੋ ਸੋ ਸੰਗਤ ਜੀ, ਮੈਂ ਵੀ ਇਹ ਗੱਲ ਸੋਚਦਾ ਵੀ ਜੇ ਸਾਡੇ ਗੁਰਦੁਆਰਿਆਂ 'ਚ ਇਹ ਚੀਜ਼ਾਂ ਮਨਮਤਾਂ ਹੋਈਆਂ ਨੇ, ਤੇ ਜੇ ਕੋਈ ਸਾਨੂੰ ਆ ਕੇ ਪੁੱਛ ਸਵਾਲ ਕਰਦਾ ਵੀ ਇਹ ਮਨਮਤ ਹੈ, ਤੇ ਸਾਨੂੰ ਉਹਦੇ ਨਾਲ ਲੜਨ ਦੀ ਬਜਾਏ ਇੱਕ ਵਾਰ ਉਹਨੂੰ ਬਿਠਾ ਕੇ ਪੁੱਛ ਲੈਣਾ ਚਾਹੀਦਾ ਵੀ ਕਿੱਥੇ ਕੀ ਗਲਤ ਹੈ, ਗੁਰਬਾਣੀ ਕੀ ਕਹਿੰਦੀ ਹੈ। ਜਦੋਂ ਉਹ ਤੁਹਾਡੀ ਤਸੱਲੀ ਕਰਾ ਦੇਗਾ ਤਾਂ ਫਿਰ ਤੁਸੀਂ ਤੁਹਾਡਾ ਫਰਜ਼ ਬਣਦਾ ਵੀ ਅਸੀਂ ਮੰਨ ਲਈਏ। ਤੁਸੀਂ ਮੰਨ ਜਾਓਗੇ, ਸਭ ਝਗੜੇ ਮੁੱਕ ਜਾਣਗੇ। ਸੋ ਇਸ ਤਰ੍ਹਾਂ ਸਾਡੇ ਗੁਰੂ ਘਰਾਂ ਦਾ ਜਿਹੜਾ ਪ੍ਰਬੰਧ ਹੈ ਇੱਕ ਸੂਤਰ 'ਚ ਪਰੋ ਜਾ ਸਕਦਾ। ਸੋ ਇਸ ਵਾਸਤੇ ਭਾਈ ਸਾਹਿਬ ਨੇ ਸਾਡੇ ਨਾਲ ਬੜੇ ਬਖੂਬੀ ਵਿਚਾਰਾਂ ਕੀਤੀਆਂ ਨੇ। ਭਾਈ ਸਾਹਿਬ ਜੀ, ਤੁਹਾਡਾ ਤਹਿ ਦਿਲੋਂ ਧੰਨਵਾਦ। ਤੁਸੀਂ ਸਟੂਡੀਓ ਵਿੱਚ ਆ ਕੇ ਬੜੀ ਸੋਹਣੀ ਵਿਚਾਰ ਰੱਖੀ ਹੈ। ਕਦੇ ਸਮਾਂ ਬਣਿਆ ਫਿਰ ਕਦੇ ਵਿਚਾਰਾ ਕਰਾਂਗੇ। ਸੋ ਤਦ ਤੱਕ ਦਰਸ਼ਕੋ ਸਾਨੂੰ ਦਿਓ ਆਗਿਆ। ਅਗਲੇ ਹਫਤੇ ਫਿਰ ਮਿਲਾਂਗੇ ਨਵੀਂ ਵਿਚਾਰ ਨਵੇਂ ਮੁੱਦੇ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।